हाँ जी 10th क्लास गुड ईवनिंग बेटे ਆਪਾਂ ਕੱਲ੍ਹ ਦੀ ਕਲਾਸ ਦੇ ਅੰਦਰ ਹਿਊਮਨ ਡਾਈਜੈਸਟਿਵ ਸਿਸਟਮ ਸ਼ੁਰੂ ਕੀਤਾ ਸੀਗਾ ਨਿਊਟ੍ਰੀਸ਼ਨ ਇਨ ਹਿਊਮਨ ਉਹਦੀ ਆਪਾਂ ਜਨਰਲ ਡਾਇਗਰਾਮ ਡਿਸਕਸ ਕੀਤੀ ਸੀਗੀ ਦੈਟ ਵਾਜ਼ ਨਿਊਟ੍ਰੀਸ਼ਨ in humans ਆਪਾਂ ਬੇਟੇ ਕੱਲ੍ਹ ਇਹਦੀ ਡਾਇਗਰਾਮ ਡਿਸਕਸ ਕਰ ਲਈ ਸੀਗੀ ਕਿ ਜਿਹੜਾ ਆਪਣਾ ਐਲੀਮੈਂਟਰੀ ਕੈਨਾਲ ਹੈ ਨਿਊਟ੍ਰੀਸ਼ਨ ਇਨ ਹਿਊਮਨ ਦੇ ਅੰਦਰ ਆਪਣੇ ਕੋਲ ਆ ਗਏ ਆਪਣੇ ਜਿਹੜੇ ਗਲੈਂਡਸ ਨੇ ਗੈਸਟ੍ਰਿਕ ਗਲੈਂਡਸ ਡਾਈਜੈਸਟਿਵ ਗਲੈਂਡਸ ਐਂਡ ਪਲੱਸ ਆਪਣਾ ਐਲੀਮੈਂਟਰੀ ਕੈਨਾਲ ਆਪਾਂ ਨੇ ਕਿਹਾ ਸੀ ਐਲੀਮੈਂਟਰੀ ਕੈਨਾਲ ਹੈ ਜਿਹੜਾ ਉਹ ਮਾਊਥ ਤੋਂ ਸਟਾਰਟ ਹੁੰਦਾ ਹੈ ਐਨਸ ਤੇ ਐਂਡ ਅਪ ਹੋ ਜਾਂਦਾ ਹੈ ਅੱਜ ਆਪਾਂ ਬੇਟੇ 1 ਬਾਏ 1 ਸਾਰੇ ਪਾਰਟਸ ਡਿਸਕਸ ਕਰਾਂਗੇ ਫਸਟ ਆਪਾਂ ਸ਼ੁਰੂ ਕਰਾਂਗੇ ਮਾਊਥ ਤੋਂ ਬਾਅਦ ਆਪਣੇ ਕੋਲ ਹੈ ਔਰਲ ਕੈਵਿਟੀ ਜਾਂ ਬਕਲ ਕੈਵਿਟੀ ਠੀਕ ਹੈ ਹੁਣ ਅੱਜ ਆਪਾਂ ਕੱਲ੍ਹ ਨਾਲੋਂ ਵੀ ਡਿਟੇਲ ਦੇ ਅੰਦਰ ਡਿਸਕਸ ਕਰਾਂਗੇ ਮਾਊਥ ਤੋਂ ਬਾਅਦ ਫੂਡ ਕਿੱਥੇ ਜਾਂਦਾ ਹੈ ਔਰਲ ਕੈਵਿਟੀ ਦੇ ਅੰਦਰ ਫਿਰ ਉਸ ਤੋਂ ਬਾਅਦ ਫੈਰਿੰਕਸ ਇਹ ਪਾਰਟਸ ਆਪਾਂ ਕੱਲ੍ਹ ਨਹੀਂ ਸੀ ਲਿਖੇ ਕਿਉਂਕਿ ਅੱਜ ਆਪਾਂ ਇਹਨਾਂ ਨੂੰ ਡਿਸਕਸ ਕਰਨਾ ਆਪਾਂ 1 ਬਾਏ 1 ਹਰ ਸਟੇਜ ਜਿੱਥੇ ਜਿੱਥੇ ਫੂਡ ਜਾਊਗਾ ਉਹ ਹਰ ਸਟੇਜ ਡਿਸਕਸ ਕਰਨੀ ਹੈ ਠੀਕ ਹੈ ਤਾਂ ਫੈਰਿੰਕਸ ਤੋਂ ਬਾਅਦ ਈਸੋਫੈਗਸ ਕਿਉਂਕਿ ਕੱਲ੍ਹ ਤਾਂ ਆਪਾਂ ਨੇ ਸਿੱਧਾ ਹੀ ਕਿਹਾ ਫੂਡ ਗਿਆ ਮਾਊਥ ਤੋਂ ਬਾਅਦ ਦੈਟ ਵਿਲ ਕਮ ਟੂ ਦਾ ਈਸੋਫੈਗਸ ਜਿਹੜਾ ਇਨ ਬਿਟਵੀਨ ਟਰੈਕ ਹੈ ਅੱਜ ਆਪਾਂ ਉਹ ਵੀ ਡਿਸਕਸ ਕਰਾਂਗੇ ਠੀਕ ਹੈ ਬੇਟੇ ਈਸੋਫੈਗਸ ਤੋਂ ਬਾਅਦ ਆਪਣਾ ਸੀਕੁਐਂਸ ਕੀ ਸੀਗਾ ਸਟਮਕ ਤੋਂ ਬਾਅਦ we have a small intestine ਫਿਰ ਹੈ ਬੇਟੇ large intestine ਹੁਣ ਆਪਾਂ ਬਿਗਿਨਿੰਗ ਤੋਂ ਕਰਦੇ ਹਾਂ ਬੇਟੇ ਮਾਊਥ ਆਪਾਂ ਡਿਟੇਲ ਦੇ ਅੰਦਰ ਡਿਸਕਸ ਕਰਾਂਗੇ ਅੱਜ ਕੱਲ੍ਹ ਆਪਣੇ ਕੋਲ ਸਿਰਫ ਆਪਾਂ ਨੇ ਫਲੋ ਚਾਰਟ ਪਲੱਸ ਆਪਾਂ ਨੇ ਇਹਦਾ ਡਾਇਗਰਾਮ ਪੋਰਸ਼ਨ ਹੈ ਜਿਹੜਾ ਉਹ ਡਿਸਕਸ ਕੀਤਾ ਸੀ ਅੱਜ ਆਪਾਂ ਬੇਟੇ ਮਾਊਥ ਤੋਂ ਕਰ ਰਹੇ ਹਾਂ ਮਾਊਥ ਹੈ ਜਿਹੜਾ ਬੇਟੇ ਇਹ ਕੀ ਹੈ ਜਿਹੜਾ ਆਪਣਾ ਫਰੰਟ ਪੋਰਸ਼ਨ ਹੈ ਜਿੱਥੋਂ ਦੀ ਫੂਡ ਜਿਹੜਾ ਹੈ ਉਹ ਬੋਡੀ ਦੇ ਅੰਦਰ ਜਾਊਗਾ ਵਿਚ ਇਜ਼ ਗਾਈਡਡ ਬਾਈ ਅ ਪੇਅਰ ਆਫ 2 ਲਿਪਸ ਠੀਕ ਹੈ ਜੋ ਕਿ ਓਪਨ ਹੋਣਗੇ ਐਂਡ ਕਲੋਜ਼ ਹੋਣਗੇ ਐਂਡ ਦੇ ਵਿਲ ਹੈਲਪ ਇਨ ਦਾ ਇਨਟੇਕ ਆਫ ਫੂਡ ਠੀਕ ਹੈ ਬੰਦ ਹੋਣਾ ਖੁੱਲ੍ਹਣਾ ਅਤੇ ਫੂਡ ਨੂੰ ਅੰਦਰ ਲੈ ਕੇ ਜਾਣਾ ਉਹਦੇ 'ਚ ਹੈਲਪ ਕਰਦੇ ਹੈ ਤਾਂ ਮਾਊਥ ਹੈ ਜਿਹੜਾ ਉਹ ਹਿਊਮਨ ਡਾਈਜੈਸਟਿਵ ਸਿਸਟਮ ਦਾ ਸਭ ਤੋਂ ਅਪਰ ਮੋਸਟ ਪਾਰਟ ਹੈ ਬੇਟੇ ਜਿਹਦੇ ਬਾਹਰ ਵਿਚ ਇਜ਼ ਗਾਈਡਡ ਬਾਈ ਦ 2 ਮੂਵੇਬਲ ਲਿਪਸ ਠੀਕ ਹੈ ਇਟ ਇਜ਼ ਦਾ ਅਪਰ ਮੋਸਟ ਔਰ ਇਟ ਇਜ਼ ਦ ਵੈਰੀ ਫਸਟ ਪਾਰਟ which is guided by 2 pair of lips which helps in the intake of the food ठीक है mouth ਤੋਂ ਬਾਅਦ food ਕਿੱਥੇ ਆਇਆ ਬੇਟੇ food will come into the oral cavity that is also known as buccal cavity ਜਿਹਨੂੰ ਆਪਾਂ ਆਪਣੇ mouth ਦਾ internal portion ਹੈ ਜਿਹੜਾ ਉਹ ਕਹਿੰਦੇ ਆ ਦੈਟ ਇਜ਼ ਦਾ ਔਰਲ ਕੈਵਿਟੀ ਔਰ ਬਕਲ ਕੈਵਿਟੀ ਇਸ ਬਹੁਤ ਇੰਪੋਰਟੈਂਟ ਹੈ ਕਿਉਂਕਿ ਇਹਦੇ ਅੰਦਰ ਇੱਕ ਪਾਰਟ ਨਹੀਂ ਆਉਂਦਾ ਇਟ ਕੰਸਿਸਟਸ ਆਫ ਵੇਰੀਅਸ ਪਾਰਟਸ ਠੀਕ ਹੈ ਔਰਲ ਕੈਵਿਟੀ ਦਾ ਜਿਹੜਾ ਉੱਪਰ ਵਾਲਾ ਪੋਰਸ਼ਨ ਹੈ ਰੂਫ ਐਂਡ ਫਲੋਰ ਤਾਂ ਆਪਣਾ ਥਰੋਟ ਹੈ ਜਿਹੜਾ ਇਹ ਨਿਚਲਾ ਪੋਰਸ਼ਨ ਇਹ ਤਾਂ ਇਹਦੀ ਫਲੋਰਿੰਗ ਬਣਾਉਣ 'ਚ ਹੈਲਪ ਕਰਦਾ ਪੈਲੇਟ ਹੈ ਜਿਹੜਾ ਉੱਪਰ ਛੱਤ ਦੈਟ ਇਜ਼ ਦਾ ਪੈਲੇਟ ਤਾਂ ਸਭ ਤੋਂ ਪਹਿਲੇ ਆਪਣੇ ਕੋਲ ਆ ਗਿਆ ਕਿ ਔਰਲ ਕੈਵਿਟੀ ਹੈ ਜਿਹੜੀ ਉਹਦਾ ਅੱਪਰ ਵਾਲਾ ਪਾਰਟ ਹੈ ਜਿਹੜਾ ਉਹ ਪੈਲੇਟ ਨਾਲ ਬਣਦਾ ਹੈ ਜਿਹੜਾ ਇਹਦਾ ਲੋਅਰ ਪੋਰਸ਼ਨ ਹੈ ਉਹ ਥਰੋਟ ਫਾਰਮ ਕਰਦਾ ਗਲਾ ਬਾਹਰ ਇੱਥੇ ਆਪਣੇ ਕੋਲ ਮਾਊਥ ਔਰ ਵੀ ਕੈਨ ਸੇ ਦੈਟ ਇਜ਼ ਗਾਈਡਡ ਬਾਈ ਦਾ ਲਿਪਸ ਹੁਣ ਫੂਡ ਇਸ ਜਗ੍ਹਾ 'ਤੇ ਆਉਣਾ ਹੈ ਠੀਕ ਹੈ ਇੱਥੇ ਆਪਣੇ ਕੋਲ ਪੈਲੇਟ ਦੇ 2 ਪਾਰਟਸ ਹੁੰਦੇ ਆ ਬੇਟੇ ਸੌਫਟ ਪੈਲੇਟ ਐਂਡ ਹਾਰਡ ਪੈਲੇਟ ਛੱਤ ਦੇ ਜਿਹੜਾ ਅਗਲਾ ਹਿੱਸਾ ਹੁੰਦਾ ਹੈ ਦੰਦਾਂ ਦੇ ਬਿਲਕੁਲ ਪਿੱਛੇ ਉਹ ਆਪਣਾ ਹਾਰਡ ਪੈਲੇਟ ਹੁੰਦਾ ਹੈ ਜਿਹਦੇ ਉੱਪਰ
ਰਫ ਸਰਫੇਸ ਹੈ ਜਿਹੜੀ ਉਹ ਪ੍ਰੈਜ਼ੈਂਟ ਹੁੰਦੀ ਹੈ। ਉਹ ਕਿਉਂ? ਕਿਉਂਕਿ ਅਗਲੇ ਹਿੱਸੇ ਦੇ ਨਾਲ ਫੂਡ ਹੈ ਜਿਹੜਾ ਉਹ ਟਕਰਾਉਂਦਾ ਹੈ, ਫਿਰ ਉਹ ਫੂਡ ਦੀ ਬ੍ਰੇਕੇਜ ਦੇ ਅੰਦਰ ਹੈਲਪ ਕਰਦਾ। ਦੇਖੋ ਕੋਈ ਸਲਿਪਰੀ ਸਰਫੇਸ ਹੈ, ਆਪਾਂ ਉੱਥੇ ਕੋਈ ਚੀਜ਼ ਘਸਾਈ ਜਾ ਰਹੇ ਹਾਂ, ਉਹ ਘਸੂਗੀ ਨਹੀਂ, ਜਦਕਿ ਜਦੋਂ ਆਪਾਂ ਉਹਨੂੰ ਰਫ ਸਰਫੇਸ ਦੇ ਉੱਪਰ ਘਸਾਵਾਂਗੇ ਤਾਂ ਉਹ ਜਲਦੀ ਘਸਣਾ ਸਟਾਰਟ ਹੋ ਜਾਂਦਾ। ਠੀਕ ਹੈ, ਸਿਮਿਲਰਲੀ ਅਪਰ ਸਰਫੇਸ ਜਿਹੜਾ ਪੈਲੇਟ ਹੈ ਉਹਦਾ ਅਗਲਾ ਹਿੱਸਾ ਹਾਰਡ ਹੈ, ਜਿਹੜਾ ਉਹਦਾ ਪਿਛਲਾ ਹਿੱਸਾ ਉਹ ਸੌਫਟ ਪੈਲੇਟ ਹੈ, ਕਿਉਂਕਿ ਅਗਲੇ ਹਿੱਸੇ ਨੇ ਫੂਡ ਦੀ ਬ੍ਰੇਕ ਮੂੰਹ ਨੇ ਕਰਨਾ ਕੀ ਹੈ, ਮੂੰਹ ਨੇ ਫੂਡ ਨੂੰ ਚਬਾਉਣਾ ਹੈ। ਠੀਕ ਹੈ, ਇਟ ਵਿਲ ਚਿਊ ਦ ਫੂਡ and will make it into a bolus. Bolus ਹੁੰਦਾ ball like structure, ਯਾਨੀ ਕਿ food when it is mixed with the saliva ਉਹ bolus ਦੀ form 'ਚ convert ਹੋ ਜਾਂਦਾ ਹੈ, ਜੋ ਕਿ slippery structure ਬਣ ਜਾਂਦੀ ਹੈ। soft palate ਇਸ bolus ਨੂੰ easily ਨੀਚੇ ਧੱਕ ਸਕਦਾ ਹੈ। ਠੀਕ ਹੈ, ਤਾਂ that is why ਪਿਛਲਾ ਹਿੱਸਾ palate ਦਾ soft ਹੁੰਦਾ ਹੈ, ਅਗਲਾ ਹਿੱਸਾ hard ਹੁੰਦਾ ਹੈ। ਠੀਕ ਹੈ, ਔਰਲ ਕੈਵਿਟੀ ਦੇ ਅੰਦਰ ਆਪਾਂ ਪੈਲੇਟ ਡਿਸਕਸ ਕਰ ਲਿਆ। ਅਬ ਮੈਂ ਕਿਹਾ ਔਰਲ ਕੈਵਿਟੀ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਠੀਕ ਹੈ, ਪੈਲੇਟ ਜਿਹੜਾ ਹੈ ਉਹ ਉਹਦੀ ਰੂਫ ਫਾਰਮ ਕਰਦਾ ਹੈ, ਆਪਾਂ ਛੱਤ ਡਿਸਕਸ ਕਰ ਲਈ। ਹੁਣ ਔਰਲ ਕੈਵਿਟੀ ਦੇ ਅੰਦਰ ਇਸ ਤੋਂ ਬਾਅਦ ਆਫਟਰ ਦ ਪੈਲੇਟ ਆਈ ਐਮ ਰਾਈਟਿੰਗ ਐਜ਼ ਏ ਪੈਲੇਟ। ਸੈਕਿੰਡ ਜੋ ਆਪਾਂ ਡਿਸਕਸ ਕਰ ਰਹੇ ਹਾਂ ਬੇਟੇ ਇਹਦੇ ਅੰਦਰ, ਦੈਟ ਇਜ਼ ਦ ਟੰਗ। ਟੰਗ ਜਿਹੜੀ ਹੈ ਉਹ ਬਹੁਤ ਹੀ ਸੌਫਟ ਮਸਕੂਲਰ ਸਟਰਕਚਰ ਹੈ, ਜਿਹਦੇ ਉੱਪਰ ਪੈਪਿਲੇ ਪ੍ਰੈਜ਼ੈਂਟ ਹੁੰਦੇ ਹੈ, ਜੋ ਕਿ ਆਪਾਂ ਨੂੰ ਫੂਡ ਨੂੰ ਟੇਸਟ ਕਰਨ ਅਤੇ ਉਹਨੂੰ ਬੋਲਸ ਦੇ ਅੰਦਰ ਕਨਵਰਟ ਕਰਨ 'ਚ ਹੈਲਪ ਕਰਦੀ ਹੈ। ਮਤਲਬ ਇਹ ਫੂਡ ਨੂੰ ਅੱਗੇ ਪਿੱਛੇ ਪੁਸ਼ ਕਰਦੀ ਹੈ, ਜਿਹਦੇ ਨਾਲ ਉਹ ਫੂਡ ਚੰਗੀ ਤਰ੍ਹਾਂ ਮਾਊਥ ਦੇ ਅੰਦਰ ਉਹਦੇ ਨਾਲ ਸਲਾਈਵਾ ਹੈ ਜਿਹੜਾ ਉਹ ਮਿਕਸ ਹੋ ਜਾਂਦਾ ਹੈ। ਠੀਕ ਹੈ, ਤਾਂ ਟੰਗ ਹੈਲਪਸ ਇਨ ਦ ਮਿਕਸਿੰਗ ਆਫ ਦ ਫੂਡ ਔਰ ਸੋ ਐਜ਼ ਟੂ ਕਨਵਰਟ ਇਟ ਇਨਟੂ ਦ ਬੋਲਸ ਐਂਡ ਇਟ ਹੈਲਪਸ ਇਨ ਦ ਟੇਸਟ ਆਫ ਦ ਫੂਡ। ਟੰਗ ਦੇ ਉੱਪਰ ਪੈਪਿਲੇ ਪ੍ਰੈਜ਼ੈਂਟ ਹੁੰਦੇ ਹੈ, ਜੋ ਕਿ ਆਪਾਂ ਨੂੰ ਡਿਫਰੈਂਟ ਕਾਈਂਡਸ ਆਫ ਟੇਸਟ, ਸੌਰ, ਸਵੀਟ, bitter and salty different tastes ਦੇ ਅੰਦਰ ਹੈਲਪ ਕਰਦੀ ਹੈ। ਠੀਕ ਹੈ, ਤਾਂ ਟੰਗ ਤੋਂ ਬਾਅਦ ਆਪਣੇ ਕੋਲ ਜਿਹੜੀ ਨੈਕਸਟ ਸਟਰਕਚਰ ਹੈ ਇਨ ਦਾ ਔਰਲ ਕੈਵਿਟੀ, ਉਹ ਕੀ ਹੈ ਬੇਟੇ? ਵੀ ਹੈਵ ਇਜ਼ ਟੀਥ। ਹਿਊਮਨ ਦੀ ਬੋਡੀ ਦੇ ਅੰਦਰ ਟੀਥ ਦੇ ਦੋ ਸੈਟਸ ਹੁੰਦੇ ਹੈ। ਇੱਕ ਸੈਟ ਹੁੰਦਾ ਮਿਲਕ ਟੀਥ ਦਾ, ਜੋ ਕਿ ਆਪਣੀ ਇੱਕ ਬੱਚੇ ਦੀ ਬੋਡੀ ਦੇ ਅੰਦਰ ਸਟਾਰਟ ਹੋ ਜਾਂਦੇ ਹੈ। ਠੀਕ ਹੈ, ਔਰ ਵੀ ਕੈਨ ਸੇ ਇੱਕ ਛੋਟੇ ਬੇਬੀ ਦੇ ਅੰਦਰ ਜਿਹੜੇ ਟੀਥ ਹੁੰਦੇ ਅਪ ਟੂ 7 years, ਉਹਨਾਂ ਨੂੰ ਆਪਾਂ ਮਿਲਕ ਟੀਥ ਕਹਿੰਦੇ ਹਾਂ। ਜੋ ਇੱਕ ਐਡਲਟ ਦੇ ਅੰਦਰ ਹੁੰਦੇ ਹੈ, ਜੋ ਕਿ ਜਦੋਂ ਇਹ ਟੁੱਟਣੇ ਸ਼ੁਰੂ ਹੋ ਗਏ ਉਸ ਤੋਂ ਬਾਅਦ ਜਦੋਂ ਇੱਕ ਪਰਮਾਨੈਂਟ ਸੈਟ ਆਫ ਟੀਥ ਆ ਜਾਂਦਾ ਹੈ ਮਿਲਕ, ਔਰ ਦੀਜ਼ ਆਰ ਆਲਸੋ ਕਾਲਡ ਐਜ਼ ਟੈਂਪਰੇਰੀ। ਟੈਂਪਰੇਰੀ ਦੇ ਜਾਣ ਤੋਂ ਬਾਅਦ ਜੋ ਸੈਟ ਆਫ ਟੀਥ ਆਉਂਦਾ ਹੈ ਉਹ ਪਰਮਾਨੈਂਟ ਹੈ, ਇੱਕ ਵਾਰ ਬ੍ਰੇਕ ਹੋ ਗਏ ਦੁਬਾਰਾ ਨਹੀਂ ਆਉਣਗੇ। ਟੀਥ ਹੈ ਜਿਹੜੇ ਬੇਟੇ ਆਪਣੇ ਮਾਊਥ ਦੇ ਅੰਦਰ 4 ਤਰ੍ਹਾਂ ਦੇ ਹੁੰਦੇ ਹੈ, ਇਨਸੀਜ਼ਰਸ, canines, premolar and molar। ਅਗਰ ਆਪਾਂ ਇੱਕ ਐਡਲਟ ਦੀ ਗੱਲ ਕਰੀਏ ਤਾਂ ਉਹਦੀ ਉੱਪਰ ਤੇ ਨਿਚਲੇ ਟੀਥ ਨੂੰ ਮਿਲਾ ਕੇ ਟੋਟਲ 32 ਟੀਥ ਦਾ ਸੈੱਟ ਹੈ ਜਿਹੜਾ ਉਹ ਬਣਦਾ ਹੈ। ਉਹਦੀ ਬੋਡੀ ਦੇ ਅੰਦਰ ਇਹ ਚਾਰੋਂ ਤਰ੍ਹਾਂ ਦੇ ਟੀਥ ਨੇ ਜਿਹੜੇ ਉਹ ਪ੍ਰੈਜ਼ੈਂਟ ਹੁੰਦੇ ਆ। ਜਿਹੜਾ ਟੈਂਪਰੇਰੀ ਟੀਥ ਨੇ ਬੇਟੇ ਇਹ 20 ਇਨ ਨੰਬਰ ਹੁੰਦੇ ਹੈ। ਛੋਟੇ ਬੱਚਿਆਂ ਦੇ ਅੰਦਰ ਮੋਲਰਸ ਨੇ ਜਿਹੜੇ ਇਹ ਪ੍ਰੈਜ਼ੈਂਟ ਨਹੀਂ ਹੁੰਦੇ, ਦੇ ਆਰ ਨਾਟ ਦੇਅਰ ਇਨ ਦਾ ਕਿਡਸ। ਠੀਕ ਹੈ, ਤਾਂ ਜਿਹੜਾ ਡੈਂਟਲ ਇਹ ਜਿਹੜਾ ਫਾਰਮੂਲਾ ਬਣਦਾ ਕਿ ਆਪਾਂ ਟੀਥ ਨੂੰ ਕਿਵੇਂ ਕੈਲਕੂਲੇਟ ਕਰ ਸਕਦੇ ਹਾਂ, ਉਹਨੂੰ ਆਪਾਂ ਕਹਿੰਦੇ ਹਾਂ ਦੈਟ ਇਜ਼ ਰੀਪ੍ਰਜੈਂਟਡ ਐਜ਼ ਡੈਂਟਲ ਫਾਰਮੂਲਾ।
ਡੈਂਟਲ ਫਾਰਮੂਲਾ ਨੂੰ ਆਪਾਂ ਕਿਵੇਂ ਟੀਥ ਨੂੰ ਕਿਵੇਂ ਕੈਲਕੂਲੇਟ ਕਰ ਸਕਦੇ ਹਾਂ ਬੇਟੇ? I ਸਟੈਂਡਸ ਫॉर ਇਨਸੀਜ਼ਰਸ, C stands for canines, P stands for premolar and M stands for molar. ਇਹ ਪੇਅਰਸ ਦੇ ਅੰਦਰ ਹੁੰਦੇ ਆ ਬੇਟੇ। ਜਿਹੜੇ ਇਨਸੀਜ਼ਰਸ ਨੇ ਉਹਦੇ ਅਗਰ ਆਪਾਂ ਆਪਣੇ ਕੋਲ ਅੱਪਰ ਜੌ ਦੀ ਅੱਪਰ ਵਾਲਾ ਮਾਊਥ ਹੈ ਜਿਹੜਾ ਪਾਰਟ, ਦਿਸ ਐਂਡ ਲੋਅਰ, ਇਹਦੀ ਗੱਲ ਕਰੀਏ ਤਾਂ ਆਪਾਂ ਦੋਨੋਂ ਇਸ ਤਰੀਕੇ ਨਾਲ ਲਿਖਾਂਗੇ। ਇਨਸੀਜ਼ਰਸ ਦੇ 2 ਪੇਅਰ ਹੁੰਦੇ ਆ ਬੇਟੇ, ਇੱਕ ਪੇਅਰ 'ਚ 2 ਪੇਅਰ ਦੇ ਅੰਦਰ ਟੋਟਲ ਕਿੰਨੇ ਹੋ ਗਏ? 4। 2 ਪੇਅਰਸ। ਕੈਨਾਈਨਸ ਦਾ ਇੱਕ ਪੇਅਰ ਉੱਪਰ ਹੁੰਦਾ ਹੈ, ਇੱਕ ਪੇਅਰ ਨੀਚੇ। ਪ੍ਰੀਮੋਲਰ ਦਾ ਆਪਣੇ ਕੋਲ 2 ਪੇਅਰਸ ਨੇ ਜਿਹੜੇ ਉਹ ਉੱਪਰ ਹੁੰਦੇ ਹੈ, 2 ਪੇਅਰਸ ਨੀਚੇ ਹੁੰਦੇ ਹੈ। ਮੋਲਰਸ ਦੇ 3 ਜਿਹੜੇ ਪੇਅਰਸ ਨੇ ਉਹ ਪ੍ਰੈਜ਼ੈਂਟ ਹੁੰਦੇ ਨੇ ਉੱਪਰ, 3 ਪੇਅਰਸ ਨੀਚੇ। ठीक है, तो 2 1 2 3 2 1 2 3 अपर केस दे अंदर एंड इन द लोअर केस। हुन आ 2 पेयर्स ने, टोटल किन्ने दंद हो गए? 4 इंसीजर और फ्रंट वाले 4, दीज आर इंसीजर्स। एक पेयर कैनाइन दा, एक पेयर च 2 हो गए, दैट इज कैनाइन्स। 4 प्रीमोलर, 6 मोलर, टोटल किन्ने हो गए बेटे? वी हैव इज 16। लोअर केस च किन्ने हो गए? 16। अपर केस, लोअर केस 16 एंड 16 किन्ने हो गए टोटल? 32। छोटे बच्चे दे अंदर आ वाले 3 जेडे ने इस नू कट दो, 2 1 2 2 1 2, ठीक है, तो दैट इज इक्वल टू 20। 2 पेयर्स ऊपर, 4, दिस इज 2, दिस इज 4, 10 ऊपर 10 नीचे, टोटल कितना हो गया? 20। दिस इज़ नोन एज द डेंटल फॉर्मूला कि ਆਪਾਂ ਆਪਣੀ ਮਾਊਥ ਦੇ ਅੰਦਰ ਜਿਹੜੇ ਟੀਥ ਨੇ ਉਹਨਾਂ ਨੂੰ ਕਿਵੇਂ ਕੈਲਕੂਲੇਟ ਕਰ ਸਕਦੇ ਹਾਂ। ਤਾਂ ਉਹਨੂੰ ਲਿਖਣ ਲਈ ਆਪਾਂ ਇੱਕ ਫਾਰਮੂਲਾ ਯੂਜ਼ ਕਰਦੇ ਹਾਂ, ਦੈਟ ਇਜ਼ ਨੋਨ ਐਜ਼ ਦ ਡੈਂਟਲ ਫਾਰਮੂਲਾ। 4 ਤਰ੍ਹਾਂ ਦੇ ਦੰਦ ਹੁੰਦੇ ਆ, ਇਨਸੀਜ਼ਰਸ, ਕੈਨਾਈਨਸ, ਪ੍ਰੀਮੋਲਰਸ ਐਂਡ ਮੋਲਰਸ, ਠੀਕ ਹੈ। ਤਾਂ ਇਨਸੀਜ਼ਰਸ ਅਗਲੇ 4 ਦੰਦ ਨੇ ਬੇਟੇ, ਠੀਕ ਹੈ। कैनाइन्स उस तो पिछले तिखे ਜਿਹੜੇ ਦੰਦ ਹੁੰਦੇ ਨੇ। ਫਿਰ ਪ੍ਰੀਮੋਲਰ ਐਂਡ ਦੈਨ ਵੀ ਹੈਵ ਇਜ਼ ਦ ਮੋਲਰ। ਇਹ ਉਹਨਾਂ ਨੂੰ ਲਿਖਣ ਦਾ ਤਰੀਕਾ ਹੈ ਇਨੇ ਪਰਮਾਨੈਂਟ ਫਾਰਮੂਲਾ, ਇਹ ਉਹਨਾਂ ਨੂੰ ਲਿਖਣ ਦਾ ਤਰੀਕਾ ਹੈ ਇਨੇ ਟੈਂਪਰੇਰੀ ਫਾਰਮੂਲਾ। ਟੀਥ ਤੋਂ ਬਾਅਦ ਦ ਵੈਰੀ ਨੈਕਸਟ ਸਟਰਕਚਰ ਜੋ ਕਿ ਆਪਾਂ ਮਾਊਥ ਦੇ ਅੰਦਰ ਸਟੱਡੀ ਕਰਾਂਗੇ, ਆਪਾਂ ਕੀ ਦੇਖ ਲਿਆ ਬੇਟੇ? ਆਪਾਂ ਨੇ ਦੇਖਿਆ ਸਭ ਤੋਂ ਪਹਿਲੇ ਮਾਊਥ ਦੇ ਲਿਪਸ ਪ੍ਰੈਜ਼ੈਂਟ ਨੇ, 2 ਨੰਬਰ ਨੇ ਉਹਨਾਂ, 2 ਇਨ ਨੰਬਰ ਨੇ, 2 ਇਨ ਨੰਬਰ, ਔਰ ਫੂਡ ਨੂੰ ਅੰਦਰ ਲੈ ਕੇ ਜਾਣ 'ਚ ਹੈਲਪ ਕਰਦੇ ਹੈ। ਉਸ ਤੋਂ ਬਾਅਦ ਆਪਣੇ ਕੋਲ ਕੀ ਆ ਗਿਆ ਬੇਟੇ? ਟੀਥ ਤੋਂ ਬਾਅਦ ਆਪਾਂ ਨੇ ਡਿਸਕਸ ਕੀਤਾ ਟੰਗ, ਜੋ ਕਿ ਫੂਡ ਨੂੰ ਮਿਕਸ ਕਰਨਾ, ਟੇਸਟ ਕਰਨਾ ਉਹਦੇ 'ਚ ਹੈਲਪ ਕਰਦੀ ਹੈ। पैलेट डिस्कस किया, अगला हिस्सा हार्ड है, पिछला हिस्सा सॉफ्ट है। अगला हिस्सा फूड की मिक्सिंग के अंदर हैल्प करता है, पिछला उन्होंने नीचे स्लिप करन च हैल्प करता है, ठीक है बेटे। नेक्स्ट वी हैव इज द नेक्स्ट पार्ट वी हैव इन आवर माउथ इज द salivary glands। very important question according to examination point of view। what are salivary glands and what is their function? पहली गल, ग्लैंड की होंगे बेटे जो अपनी माउथ के अंदर या अपनी बॉडी के, ग्लैंड एक ऐसी स्ट्रक्चर है जो अपनी बॉडी के अंदर कुछ रिलीज करती है। माउथ के अंदर है, नाम भी सलेवरी ग्लैंड है, तो ये सलाइवा रिलीज करते हैं। सलाइवा की है? एक वाटरी सबसटेंस है जिदे अंदर एंजाइम्स, वाटर, मिनरल्स प्रेजेंट है, जो कि फूड दे नाल मिक्स हो जाता है सलाइवा। एंड ਇਹਦੇ अंदर ਜਿਹੜੇ एंजाइम्स ने वो है टाइलिन, that is also known as salivary amylase। It acts upon, this amylase acts upon
carbohydrates present in the food. And very first digestion of food begins in the ਮਾਊਥ, ਮੂੰਹ 'ਚ ਹੀ ਸਟਾਰਟ ਹੋ ਜਾਂਦੀ ਹੈ। ਆਪਾਂ ਦੇਖਦੇ ਨਾ, ਆਪਾਂ ਕੋਈ ਵੀ ਫੂਡ ਖਾਇਆ ਥੋੜ੍ਹੀ ਦੇਰ ਬਾਅਦ, ਕਿਉਂਕਿ ਉਹ ਸਲੇਵਰੀ ਅਮਾਈਲੇਜ਼ ਦੇ ਨਾਲ ਮਿਕਸ ਹੋ ਜਾਂਦਾ ਹੈ, ਤਾਂ ਉਹ ਫੂਡ ਹੈ ਜਿਹੜਾ ਬੇਟੇ ਉਹ ਆਪਾਂ ਨੂੰ ਸਵੀਟ ਟੇਸਟ ਦੇਣਾ ਸਟਾਰਟ ਕਰ ਦਿੰਦਾ ਹੈ। ਠੀਕ ਹੈ ਬੇਟੇ, ਦੈਟ ਇਜ਼ ਡਿਊ ਟੂ ਦ ਪ੍ਰੈਜ਼ੈਂਸ ਆਫ ਦਾ ਸਲੇਵਰੀ ਅਮਾਈਲੇਜ਼। ਠੀਕ ਹੈ, ਇਹ ਫੂਡ ਦੀ ਫਰਸਟ ਡਾਈਜੈਸ਼ਨ ਦੇ ਅੰਦਰ ਹੈਲਪ ਕਰਦਾ ਹੈ। ਇਹ ਫੂਡ ਦੇ ਨਾਲ ਜਿਹੜਾ ਆਪਾਂ ਸਲਾਈਵਾ ਹੈ ਉਹਨੂੰ ਮਿਕਸ ਕਰ ਦਿੰਦਾ ਹੈ। ਵਾਟ ਆਰ ਸਲੇਵਰੀ ਗਲੈਂਡਸ? ਥੀਜ਼ ਆਰ ਦ ਗਲੈਂਡਸ ਪ੍ਰੈਜ਼ੈਂਟ ਇਨ ਦ ਮਾਊਥ ਐਂਡ ਦੇ ਹੈਲਪਸ in the mixing up of the saliva, which consists of enzymes, water and mineral. Clear hai bete? So the very first digestion of the food, that is in the form of only carbohydrates, ਹੋਰ ਕਿਸੇ ਦੀ ਨਹੀਂ, proteins, fats ਕੁਛ ਨਹੀਂ, carbohydrates ਦੀ first digestion ਹੈ ਜਿਹੜੀ ਉਹ mouth ਦੇ ਅੰਦਰ begin ਹੋ ਜਾਂਦੀ ਹੈ। ਠੀਕ ਹੈ ਬੇਟੇ, ਸਲੇਵਰੀ ਗਲੈਂਡਸ ਨੇ ਜਿਹੜੇ ਬੇਟੇ ਇਹ 3 ਤਰ੍ਹਾਂ ਦੇ ਹੁੰਦੇ ਆ। they are present in the mouth at different places and they are of 3 types. ਕਿਹੜੇ 3 ਤਰ੍ਹਾਂ ਦੇ ਹੁੰਦੇ ਆ ਬੇਟੇ? parotid we have is the sublingual and submaxillary. parotid glands, sublingual glands, maxillary glands. ਇਹ ਕਿੱਥੇ ਪ੍ਰੈਜ਼ੈਂਟ ਨੇ? ਪੈਰੋਟਿਡ ਨੇ ਜਿਹੜੇ ਬੇਟੇ ਇਹ ਆਪਣੇ ਮਾਊਥ ਦੇ ਦੋਨੋਂ ਸਾਈਡਸ ਤੇ ਈਅਰਸ ਦੀ ਪੋਜੀਸ਼ਨ 'ਚ ਅਗਰ ਜਾਈਏ ਅੰਦਰਲੇ ਪਾਸੇ ਤਾਂ ਈਅਰਸ ਦੇ ਨੀਚੇ ਮਾਊਥ ਦੇ ਅੰਦਰ ਪ੍ਰੈਜ਼ੈਂਟ ਹੁੰਦੇ ਹੈ। ਸਬਲਿੰਗੁਅਲ ਬਿਲੋ ਦਾ ਟੰਗ ਦੇ ਨੀਚੇ ਪ੍ਰੈਜ਼ੈਂਟ ਹੁੰਦੇ। ਸਬ ਮੈਗਜ਼ਿਲਰੀ, ਮੈਗਜ਼ਿਲਾ ਜਿਹੜਾ ਹੈ ਉਹ ਆਪਣੇ ਅਪਰ ਕੇਸ ਦੀ ਬੋਨ ਨੂੰ ਕਹਿੰਦੇ ਹੈ, ਮੈਂਡੇਬਲ ਲੋਅਰ। ਠੀਕ ਹੈ, ਤਾਂ ਸਬ ਮੈਗਜ਼ਿਲਰੀ ਮੀਨਸ ਮੈਗਜ਼ਿਲਾ ਦੇ ਪਿੱਛੇ ਚੀਕਸ ਦੇ ਨਿਚਲੇ ਹਿੱਸੇ ਦੇ ਅੰਦਰ ਦੰਦਾਂ ਦੇ ਤੇ ਚੀਕਸ ਦੇ ਵਿਚਾਲੇ ਜਿਹੜਾ ਹਿੱਸਾ ਹੈ ਉਸ ਜਗ੍ਹਾ ਤੇ ਪ੍ਰੈਜ਼ੈਂਟ ਹੁੰਦੇ ਆ। ਠੀਕ ਹੈ, ਤਾਂ ਸਲੇਵਰੀ ਗਲੈਂਡਸ ਕੀ ਨੇ ਬੇਟੇ? ਸਲੇਵਰੀ ਗਲੈਂਡਸ ਆਪਣੀ ਬਕਲ ਕੈਵਿਟੀ ਦੇ ਅੰਦਰ 3 ਪੇਅਰਸ ਦੇ ਅੰਦਰ ਪ੍ਰੈਜ਼ੈਂਟ ਨੇ, ਜੋ ਕਿ ਡਕਟਸ ਦੇ ਥਰੂ ਮਾਊਥ ਦੇ ਅੰਦਰ ਸਲਾਈਵਾ ਰਿਲੀਜ਼ ਕਰਦੇ ਹੈ। ਸਲਾਈਵਾ ਦੇ ਅੰਦਰ ਵਾਟਰ ਹੈ, ਮਿਊਕਸ ਹੈ, ਸੌਲਟਸ ਹੈ, ਪਲੱਸ ਸਲੇਵਰੀ ਅਮਾਈਲੇਜ਼ ਹੈ। ਸਲੇਵਰੀ ਅਮਾਈਲੇਜ਼ ਹੈ ਜਿਹੜਾ ਬੇਟੇ ਉਹ ਕਾਰਬੋਹਾਈਡਰੇਟਸ ਦੀ ਬਕਲ ਕੈਵਿਟੀ ਦੇ ਅੰਦਰ ਹੀ ਡਾਈਜੈਸ਼ਨ ਨੂੰ ਸਟਾਰਟ ਕਰ ਦਿੰਦਾ ਹੈ। ਠੀਕ ਹੈ ਬੇਟੇ, ਤਾਂ ਦੇ ਆਰ ਪ੍ਰੈਜ਼ੈਂਟ ਬਿਲੋ ਦ ਈਅਰਸ, ਇਨ ਦ ਮਾਊਥ, ਬਿਲੋ ਦ ਟੰਗ and submaxillary, we can say below, between the cheeks and the maxilla. ठीक है बेटे, उस तो बाद बेटे अपने कोल की आ जाता है हुण आपां फेरिंग्स नैक्सट स्ट्रक्चर जिहड़ी है वो अपने कोल आपां औरल कैविटी या बक्कल कैविटी चो बाहर आ गए। ठीक है, अपना बक्कल कैविटी कंप्लीट हो गया। बक्कल कैविटी दे अंदर आप काफ़ी पार्ट्स पढ़ ले, पैलेट पढ़िया, टंग पढ़िया, टीथ पढ़े, फिर अपने को आ गया सलेवरी ग्लैंड्स पढ़िया। ठीक है, हुण आप बक्कल कैविटी मतलब जिथे आप कल एक डायग्राम दे अंदर माउथ बना के फिर आप एवें दी एक ट्यूब लाइक स्ट्रक्चर जिथे मुड़ गया, इनू आप कहा सी जिहड़ी नीचे जा रही है, इनू आप कहा सी ईसोफेगस। जिथे पैलेट खत्म होया एक यू टर्न स्टार्ट हो गया, इस पोजीशन ते अपने को एक स्ट्रक्चर हुंदी है फेरिंग्स। उहदा एज सच कोई काम नहीं हुंदा। फेरिंग्स एक की है कॉमन पैसेज है। फेरिंग्स इज ए कॉमन पैसेज बिटवीन माउथ, अपने कोल कॉमन पैसेज है कादा डाइजेस्टिव सिस्टम दा, और माउथ टू ईसोफेगस कह लो, दैट इज ए कॉमन पैसेज फॉर फूड
एज वैल एज एयर। मतलब अपना डाइजेस्टिव सिस्टम ते रेस्पिरेटरी सिस्टम दा कॉमन पैसेज है, एयर भी जाती है ते फूड भी जाता है। ये की करता बेटे, ये एक जिथों दी फेरिंग्स इन्हें यू बनाया ਉਹਦੇ ਇੱਕ ਪਾਸੇ ਨੂੰ ਆਪਣੀ ਈਸੋਫੈਗਸ ਜਾ ਰਹੀ ਹੁੰਦੀ ਹੈ, ਉਹਦੇ ਪੈਰਲਲੀ ਆਪਣੀ 에ਅਰ ਪਾਈਪ ਜਾ ਰਹੀ ਹੁੰਦੀ ਹੈ। ਇਹਦੇ ਕੋਲ ਇੱਕ ਸਟਰਕਚਰ ਹੁੰਦੀ ਹੈ ਐਪੀਗਲੋਟਿਸ। ਜਦੋਂ ਫੂਡ ਜਾ ਰਿਹਾ ਹੁੰਦਾ ਇਹ 에ਅਰ ਪਾਈਪ ਨੂੰ ਢੱਕ ਲੈਂਦਾ ਹੈ ਤਾਂ ਕਿ ਫੂਡ ਹੈ ਜਿਹੜਾ ਉਹ ਚੌਕਿੰਗ ਨਾ ਕ੍ਰੀਏਟ ਕਰੇ, ਫੂਡ ਹੈ ਜਿਹੜਾ ਉਹ ਰੈਸਪੀਰੇਟਰੀ ਟਰੈਕ ਦੇ ਅੰਦਰ ਨਾ ਜਾਏ। ਇਸ ਲਈ ਕਿਹਾ ਜਾਂਦਾ ਹੈ ਕਿ ਖਾਣ ਦੇ ਟਾਈਮ ਬੋਲਣਾ ਨਹੀਂ ਚਾਹੀਦਾ ਤਾਂ ਕਿ ਐਪੀਗਲੋਟਿਸ ਹੈ ਜਿਹੜਾ ਉਹ ਕਨਫਿਊਜ਼ ਨਾ ਹੋਏ। ਕਲੀਅਰ ਹੈ ਬੇਟੇ? ਐਪੀਗਲੋਟਿਸ ਅਗਰ ਕਨਫਿਊਜ਼ ਨਹੀਂ ਹੋਊਗਾ ਤਾਂ ਆਪਣਾ ਫੂਡ ਹੈ ਜਿਹੜਾ ਉਹ ਆਪਣੀ ਜਗ੍ਹਾ 'ਤੇ ਜਾਊਗਾ। ਕਲੀਅਰ ਹੈ ਬੇਟੇ? ਤਾਂ ठीक है बेटे, सो वी हैव इज दिस इज ए कॉमन पैसेज फॉर द फूड एज वेल एज फॉर द एयर। क्लियर? ईसोफेगस तो नेक्स्ट, ईसोफेगस ऑलमोस्ट बेटे 12 सेंटीमीटर लॉन्ग एक पैसेज हुंदा है जो कि फूड नू माउथ तो कित्थे पहुंचा दिंदा है अपने कोल, दैट इज टू द फेरिंग्स है जेड़ा बेटे। फेरिंग्स इज ए 12 सेंटीमीटर लॉन्ग स्ट्रक्चर जो कि फूड नू माउथ तो लैके ईसोफेगस तक पहुंचा दिंदा है। ठीक है? दैट सर्व्स एज ए पैसेज। ठीक है? बकल कैविटी ते ईसोफेगस दे विचाले दी एक ज्वाइनिंग पार्ट है और इट इज़ ए कॉमन पैसेज फॉर द डाइजेस्टिव और फॉर द फूड एज वेल एज फॉर द एयर। ठीक है? इट हैज़ अपने कोल जेड़ा फेरिंग्स है बेटे, हाँ जी बेटे, आप हुणे डिस्कस कर रहे थे फेरिंग्स। फेरिंग्स 12 सेंटीमीटर लॉन्ग अपने कोल ट्यूब है जो कि माउथ नू ईसोफेगस के नाल कनैक्ट कर दिंदी है। हुण अपने कोल ईसोफेगस की है बेटे? ईसोफेगस एक बहुत ही नैरो 25 सेंटीमीटर लॉन्ग पैसेज है विच कनेक्ट्स द माउथ टू द स्टमक, जो कि माउथ नू स्टमक दे नाल जोड़ती है। जिहड़ी वॉल ऑफ ईसोफेगस है बेटे वो मस्कुलर है, ये अंदर कोई फूड की डाइजेशन नहीं होंदी, बट ये अंदर एक पेरिस्टालिटिक मूवमेंट, पेरिस्टालिसिस मूवमेंट है जिहड़ी वो होंदी है। दैट इज़ व्हाट, दैट इज़ वेरी इंपॉर्टेंट। व्हाट डू यू मीन बाय पेरिस्टालिसिस मूवमेंट? वो ऑलमोस्ट इत्थों लैके अपने सारे डाइजेस्टिव सिस्टम के अंदर होंदी है। दैट इज़ द मूवमेंट ऑफ कंट्रैक्शन एंड एक्सपेंशन। ठीक है? जिहड़ा फूड है ताई एक अपन एक चीज़ इत्थे पढ़ी कि खान टाइम बोलना नहीं चाहिए। क्यों? क्योंकि एपीग्लोटिस है जिहड़ा वो चॉकिंग नू प्रिवेंट करदा है, वो ताकि जिहड़ा फूड है वो अपनी ट्रेकिया दे अंदर ना चला जाए। ईसोफेगस है जिहड़ा बेटे दैट इज़ ए नैरो पाइप लाइक स्ट्रक्चर। ਇਹਦੇ ਅੰਦਰ ਜਦੋਂ ਫੂਡ ਆਇਆ ਫੈਰਿੰग्ਸ ਤੋਂ ਆਪਾਂ ਕਹਿੰਦੇ ਹਾਂ ਫੂਡ ਨੂੰ ਚਬਾ ਕੇ ਖਾਣਾ ਚਾਹੀਦਾ ਤਾਂ ਕਿ ਫੂਡ ਸਲੋਲੀ ਈਸੋਫੇਗਸ ਤੋਂ ਡਾਊਨ ਜਾਏ। ਉਹ ਆਲਰੇਡੀ ਬਹੁਤ ਨੈਰੋ ਹੈ। ਉੱਥੇ ਜਦੋਂ ਮਸਕੂਲਰ ਮੂਵਮੈਂਟ ਹੈ, ਸਪੋਜ਼ ਦਿਸ ਇਜ਼ ਪੈਰਿਸ ਆਪਣੇ ਕੋਲ ਈਸੋਫੇਗਸ, ਆਈਲ ਸ਼ੋ ਯੂ ਵਨ ਬਾय वन। ਦਿਸ ਇਜ਼ ਈਸੋਫੇਗਸ। ਹਲੇ ਫੂਡ ਇੱਥੇ ਹੈ, ਮਾਊਥ ਦੇ ਅੰਦਰ ਹੈ। ਜਦੋਂ ਫੂਡ ਇੱਥੇ ਆਇਆ ਤਾਂ ਇਹਦਾ ਅੱਪਰ ਪਾਰਟ, ਕਿਉਂਕਿ ਇਹ ਮਸਕੂਲਰ ਹੈ, ਇਹਦੇ अंदर आया, इट विल स्वेल अप। नाउ वो फूड दा पार्टिकल जो नीचे गया, लोअर पार्ट है जिहड़ा उपरला रिलैक्स हो गया, नीचला कॉन्ट्रैक्ट हो गया। सिमिलरली जो होर नीचे आया, इस तरीके दे नाल वन बाय वन मूवमेंट दे नाल जिहड़ा फूड है वो नीचे स्टमक तक रीच करता है। द फूड विल रीच टू द स्टमक इन दिस वे। द पार्शियली डाइजेस्टेड फूड, पार्शियली डाइजेस्टेड फूड क्यों? क्योंकि
ਕਾਰਬੋਹਾਈਡਰੇਟਸ ਦੀ ਜਿਹੜੀ ਡਾਈਜੈਸ਼ਨ ਸੀਗੀ ਉਹ ਤਾਂ ਮਾਊਥ ਦੇ ਅੰਦਰ ਹੀ ਬਿਗਿਨ ਹੋ ਚੁੱਕੀ ਹੈ, ਠੀਕ ਹੈ, ਉਹ ਤਾਂ ਮੂੰਹ 'ਚ ਹੀ ਸ਼ੁਰੂ ਹੋ ਗਈ ਸੀਗੀ। ਦੈਟ ਇਜ਼ ਵਾਈ ਪਾਰਸ਼ੀਅਲੀ ਡਾਈਜੈਸਟਿਡ ਫੂਡ ਹੈ ਜਿਹੜਾ ਉਹ ਕਿੱਥੇ ਚਲਾ ਜਾਊਗਾ, ਆਪਣੇ ਕੋਲ ਈਸੋਫੈਗਸ ਦੇ ਥਰੂ ਨੀਚੇ ਚਲਾ ਜਾਊਗਾ। ਨਾਓ ਵੀ ਹੈਵ ਇਜ਼, ਆਪਾਂ ਬੇਟੇ ਇੱਕ ਵਾਰ ਫੇਰ ਦੇਖਦੇ ਹਾਂ ਅੱਜ ਆਪਾਂ ਕੀ ਕੀਤਾ ਹੈ। ਸਭ ਤੋਂ ਪਹਿਲੇ ਫੂਡ ਮਾਊਥ ਦੇ ਥਰੂ ਜਿਹੜਾ ਫੂਡ ਹੈ ਉਹ ਇੰਜੈਸਟ ਹੋਗਾ, ਕਿਉਂਕਿ ਇਹਦੇ ਬਾਹਰ ਕੀ ਹੈ, 2 ਪਿੰਕਿਸ਼ ਕਲਰਡ ਸਟਰਕਚਰਸ ਕਾਲਡ ਐਜ਼ ਲਿਪਸ। ਅੰਦਰ ਗਿਆ, ਅੰਦਰ ਕੀ ਆ ਗਿਆ, ਬਕਲ ਕੈਵਿਟੀ। ਸਭ ਤੋਂ ਪਹਿਲੇ ਆਪਣੇ ਕੋਲ ਕੀ ਆ ਗਿਆ, ਟੀਥ ਨੇ ਜਿਹੜੇ, ਇਹ ਕੀ ਨੇ ਆਪਣੇ ਕੋਲ, ਟੀਥ ਆਰ ਜਿਹੜੇ ਨੇ ਦੇ ਹੈਲਪਸ ਇਨ ਦ ਚੂਇੰਗ ਆਫ ਦ ਫੂਡ ਨੂੰ ਕੱਟ ਕਰਨ 'ਚ ਹੈਲਪ ਕਰਦੇ ਆ। 4 ਤਰ੍ਹਾਂ ਦੇ ਦੰਦ ਨੇ, ਇਨਸੀਜ਼ਰਸ, ਕੈਨਾਈਨਸ, ਪ੍ਰੀਮੋਲਰਸ ਐਂਡ ਦੈਨ ਮੋਲਰਸ, ਠੀਕ ਹੈ। ਡਾਈਫਾਈਡੋਂਟਸ ਹੈ, ਮਤਲਬ ਜਿਹੜੇ ਛੋਟੇ ਬੱਚੇ ਨੇ ਉਹਨਾਂ 'ਚ ਮਿਲਕ ਟੀਥ ਹੁੰਦੇ ਆ, ਫਿਰ ਟੁੱਟ ਜਾਂਦੇ ਆ, ਫਿਰ ਪਰਮਾਨੈਂਟ ਆ ਜਾਂਦੇ ਆ, ਪਰਮਾਨੈਂਟ ਟੁੱਟਣਗੇ ਤਾਂ ਨਵੇਂ ਨਹੀਂ ਆਉਣਗੇ। ਦੈਨ ਜਿਹੜਾ ਫੂਡ ਹੈ, ਟੰਗ ਹੈ ਜਿਹੜੀ ਉਹ ਉਸ ਫੂਡ ਨੂੰ ਟੇਸਟ ਕਰਦੀ ਹੈ। ਉੱਪਰ ਪੈਲੇਟ ਹੈ, ਪੈਲੇਟ 2 ਹਿੱਸਿਆਂ 'ਚ ਡਿਵਾਈਡਡ ਹੈ, ਅਗਲਾ ਹਾਰਡ ਹੈ, ਪਿਛਲਾ ਸੌਫਟ ਹੈ। ਫਿਰ ਫੈਰਿੰਕਸ ਇਜ਼ ਇੱਕ ਜੁਆਇਨਿੰਗ ਅਪਰਚਰ ਹੈ ਜੋ ਕਿ ਮਾਊਥ 'ਚੋਂ ਫੂਡ ਨੂੰ ਨੀਚੇ ਲੈ ਕੇ ਜਾਂਦਾ ਐਜ਼ ਵੈਲ ਐਜ਼ ਏਅਰ ਦੇ ਪੈਸੇਜ 'ਚ ਵੀ ਹੈਲਪ ਕਰਦਾ। ਬਟ ਉਹਦੇ ਕੋਲ ਐਪੀਗਲੋਟਿਸ ਹੈ, ਤਾਂ ਜਦੋਂ ਫੂਡ ਜਾ ਰਿਹਾ ਹੁੰਦਾ ਉਹ ਟਰੇਕੀਆ ਜਾਂ ਏਅਰ ਪਾਈਪ ਨੂੰ, ਵਿੰਡ ਪਾਈਪ ਨੂੰ ਢੱਕ ਦਿੰਦਾ। ਉਸ ਤੋਂ ਬਾਅਦ ਉਹ ਜਿਹੜਾ ਆਪਣੇ ਕੋਲ ਫੈਰਿੰਕਸ ਸੀਗਾ ਉਹ ਆਲਮੋਸਟ 12 ਸੈਂਟੀਮੀਟਰ ਲੌਂਗ ਹੁੰਦਾ। ਈਸੋਫੈਗਸ ਹੈ ਜਿਹੜੀ ਇਹ 25 ਸੈਂਟੀਮੀਟਰ ਲੌਂਗ ਨੈਰੋ ਮਸਕੂਲਰ ਟਿਊਬ ਲਾਈਕ ਸਟਰਕਚਰ ਹੈ, ਜਿਹਦੇ ਅੰਦਰ ਪੈਰੀਸਟੈਲਟਿਕ ਮੂਵਮੈਂਟ ਦੀ ਹੈਲਪ ਦੇ ਨਾਲ ਫੂਡ ਹੈ ਜਿਹੜਾ ਉਹ ਨੀਚੇ ਸਟਮਕ ਤੱਕ ਰੀਚ ਕਰਦਾ ਹੈ। ਦੈਟ ਵਿਲ ਰੀਚ ਟੂ ਦਾ ਸਟਮਕ। ਕਲੀਅਰ ਹੈ ਬੇਟੇ? ਤਾਂ ਆਪਣੇ ਕੋਲ ਕੀ ਆ ਗਿਆ, ਆਪਣੇ ਕੋਲ ਅੱਜ ਆਪਾਂ ਨੇ ਡਿਸਕਸ ਕੀਤੇ ਇਹ ਵਾਲੇ ਪਾਰਟਸ ਟਿਲ ਦਾ ਸਟਮਕ। ਆਪਾਂ ਤੇ ਸਟਮਕ ਅੱਜ ਨਹੀਂ ਕਰਾਂਗੇ, ਕਿਉਂ ਨਹੀਂ ਕਰਾਂਗੇ, ਕਿਉਂਕਿ ਅਗਰ ਸਾਰੇ ਕਰ ਲਏ ਫਿਰ ਕਨਫਿਊਜ਼ਨ ਕ੍ਰੀਏਟ ਹੋ ਜੂਗੀ। ਅੱਜ ਤੁਹਾਡੇ ਕੋਲ ਬਹੁਤ ਸਾਰੇ ਪਾਰਟ ਆ ਗਏ। ਸਲੇਵਰੀ ਗਲੈਂਡਸ ਜਿਹੜਾ ਹੈ ਉਹ ਆਪਣੇ ਕੋਲ ਓਰਲ ਕੈਵਿਟੀ ਦੇ ਅੰਦਰ ਪ੍ਰੈਜ਼ੈਂਟ ਹੈ। 2-3 ਕੁਐਸਚਨ ਨੇ ਜਿਹੜੇ ਉਹ ਤੁਹਾਡੇ ਡਿਸਕਸ ਹੋ ਗਏ। ਡੈਂਟਲ ਫਾਰਮੂਲਾ that is important, peristaltic movement ਕੀ ਹੁੰਦਾ ਹੈ, the wave of contraction and relaxation, ਠੀਕ ਹੈ, ਜਿਹਦੇ ਥਰੂ ਫੂਡ ਹੈ ਜਿਹੜਾ ਉਹ ਈਸੋਫੈਗਸ ਤੋਂ ਨੀਚੇ ਚਲਾ ਜਾਂਦਾ ਹੈ, ਠੀਕ ਹੈ। ਉਸ ਤੋਂ ਬਾਅਦ ਆਪਾਂ ਨੇ ਇੰਪੋਰਟੈਂਟ ਕੁਐਸਚਨ ਕੀਤਾ, what are salivary glands, what are their types and what is their function, ਠੀਕ ਹੈ। ਤਾਂ ਇਹ ਆਪਣੇ ਕੋਲ ਇੰਪੋਰਟੈਂਟ ਕੁਐਸਚਨਸ ਨੇ। ਡੈਂਟਲ ਫਾਰਮੂਲਾ ਉਹਨੂੰ ਕਿਵੇਂ ਡਿਜ਼ਾਈਨ ਕਰਨਾ, ਇੱਥੋਂ ਤੱਕ ਬੇਟੇ ਸਾਰੇ ਬੱਚੇ ਕੰਪਲੀਟ ਕਰ ਲਓ, then we will move on, ਠੀਕ ਹੈ। ਇੱਥੋਂ ਤੱਕ ਜਿਹੜੇ ਤੁਹਾਡੇ ਡਾਊਟਸ ਨੇ ਉਹ ਤੁਸੀਂ ਮੈਨੂੰ ਪੁੱਛ ਸਕਦੇ ਹੋ। then we will move on to the further, that is the stomach। ਫਿਰ ਆਪਾਂ ਕੱਲ੍ਹ ਦੀ ਕਲਾਸ ਦੇ ਅੰਦਰ stomach ਐਂਡ ਬਾਕੀ ਜਿਹੜੇ ਪਾਰਟਸ ਨੇ ਉਹਨਾਂ ਨੂੰ ਡਿਸਕਸ ਕਰਾਂਗੇ। ਥੈਂਕ ਯੂ।